ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਵਾਹੋ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ। ਕਲਯੁਗ ਕੇ ਜਹਾਜ, ਬਾਣੀ ਕੇ ਬੋਹਿਤ, ਹਲਤ ਪਲਤ ਕੇ ਰਖਿਕ। ਸ਼ਬਦ ਗੁਰੂ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਜ਼ੂਰੀ ਅੰਦਰ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਪ੍ਰਕਾਸ਼ ਪੁਰਬ ਮਨਾਉਣ ਦਾ ਭਾਵ ਹੈ ਕਿ ਸਤਿਗੁਰਾਂ ਦੇ ਇਤਿਹਾਸ ਦੀ ਲੜੀਵਾਰ ਇਤਿਹਾਸਕ ਵਿਚਾਰ ਨਾਲ ਜੁੜ ਰਹੀ ਗੁਰੂ ਰੂਪ ਸਾਧ ਸੰਗਤ ਜੀਓ। ਆਓ ਲੜੀਵਾਰ ਕਥਾ ਨਾਲ ਵਿਚਾਰ, ਕਥਾ ਦੀ ਲੜੀ ਦੀ ਵਿਚਾਰ ਅਗਾਹਾਂ ਤੋਰੀਏ। ਵਿਚਾਰ ਨੂੰ ਆਰੰਭ ਕਰਨ ਵਾਸਤੇ ਮਨ ਬਿਰਤੀਆਂ ਇਕਾਗਰ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਕਲਗੀਧਰ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਕੱਲ੍ਹ ਅਸੀਂ ਵਿਚਾਰ ਕਰ ਰਹੇ ਸੀ ਕਿ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ 'ਤੇ ਸਤਿਗੁਰਾਂ ਨੇ ਕਿਉਂ ਜਾ ਕੇ ਉੱਥੇ ਸਤਿਗੁਰਾਂ ਨੇ ਪ੍ਰਕਾਸ਼ ਧਾਰਨ ਕੀਤਾ। ਸਤਿਗੁਰ ਆਪਣੀ ਕਲਮ ਤੋਂ ਆਪ ਲਿਖਦੇ ਹਨ, ਮੁਰ ਪਿਤ ਪੂਰਬ ਕੀਸ ਭਿਆਨਾ। ਮੇਰੇ ਪਿਤਾ ਜੀ ਨੇ ਪੂਰਬ ਦਿਸ਼ਾ ਵੱਲ ਨੂੰ ਚਾਲੇ ਪਾਏ। ਭਾਂਤ ਭਾਂਤ ਕੇ ਤੀਰਥ ਨਾਨਾ, ਭਾਂਤ ਭਾਂਤ ਦੇ ਤੀਰਥਾਂ 'ਤੇ ਇਸ਼ਨਾਨ ਕੀਤਾ। ਜਬ ਹੀ ਜਾਤਰ ਬੇਣੀ ਭਈ, ਪੁੰਨ ਦਾਨ ਦਿਨ ਕਰਤਬ ਤੇ। ਜਦੋਂ ਸਤਿਗੁਰ ਤਰਬੇਣੀ ਨਾਮ ਦੇ ਤੀਰਥ 'ਤੇ ਗਏ ਨਾ, ਉੱਥੇ ਸਤਿਗੁਰਾਂ ਨੇ ਪੁੰਨ ਦਾਨ ਕਰਦਿਆਂ ਕਈ ਦਿਨ ਬਿਤਾ ਦਿੱਤੇ। ਹੁਣ ਕਈ ਵੀਰ ਇੱਥੇ ਪੁੰਨ ਦਾਨ ਤੋਂ ਕਰਮ ਕਾਂਡ ਨਾਲ ਜੋੜਦੇ ਹਨ। ਪੁੰਨ ਦਾਨ ਦਾ ਅਰਥ ਕੀ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਤੇ ਪੁਰਾਤਨ ਤੀਰਥ ਸਥਾਨਾਂ ਦੇ ਹਾਲਾਤ ਆਪਾਂ ਸਾਰੇ ਜਾਣਦੇ। ਅੱਜ ਵੀ ਦੇਖ ਲਓ ਜਾ ਕੇ, ਸਤਿਗੁਰੂ ਜੀ ਆਖਦੇ ਹਨ ਕਿ ਬਾਬੇ ਬਕਾਲੇ ਦੇ ਪਰਥਾਏ ਜਦੋਂ ਕਵੀ ਲਿਖਦਾ ਹੈ, ਉੱਥੇ 22 ਬਿਰਾਜੇ ਗੁਰੂ ਸਨ ਸਭ ਚਿੱਟੇ ਕੇਸ ਵਿਛਾ। ਜਦ ਨਵਾਂ ਵਪਾਰੀ ਵੇਖਿਆ, ਤੁਰ ਪੈਂਦੇ ਉਂਗਲੀ ਲਾ। ਜਿਵੇਂ ਪੰਡੇ ਹਰੀਦਵਾਰ ਦੇ। ਪੰਡੇ ਹਰੀਦਵਾਰ ਦੇ ਕਿਉਂ ਆਖਿਆ ਸੀ ਕਿ ਅੱਜ ਵੀ ਹਰਿਦੁਆਰ ਤੁਸੀਂ ਜਾ ਕੇ ਦੇਖੋਗੇ ਨਾ, ਪੁਰਾਤਨ ਸਮੇਂ ਜਾਂ ਸਿੱਖ ਧਰਮ 'ਤੇ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ। ਅੱਜ ਵੀ ਜਿਵੇਂ ਹਿੰਦੂ ਧਰਮ ਵਾਲੇ ਵੀਰ ਆਪਣੇ ਮ੍ਰਿਤਕ ਪ੍ਰਾਣੀਆਂ ਦੀਆਂ ਅਸਥੀਆਂ ਲੈ ਕੇ ਜਾਂਦੇ, ਉੱਥੇ ਧਰਮ ਦੇ ਆਗੂ ਬਣ ਕੇ ਬੈਠੇ ਹੁੰਦੇ ਆ। ਉਹ ਵਹੀ ਖੋਲ੍ਹ ਲੈਂਦੇ ਪੁਰਾਣੀ, ਤੁਹਾਡਾ ਦਾਦਾ ਵੀ ਇੱਥੇ ਆਇਆ ਸੀ, ਤੁਹਾਡਾ ਪੜਦਾਦਾ ਵੀ ਇੱਥੇ ਆਇਆ ਸੀ, ਤੁਹਾਡਾ ਫਲਾਨਾ ਵੀ ਇੱਥੇ ਆਇਆ ਸੀ। ਇਸ ਤਰ੍ਹਾਂ ਕਰਕੇ ਧਰਮ ਸਥਾਨਾਂ 'ਤੇ ਇੱਕ ਤਾਂ ਪੁਜਾਰੀ ਵਰਗ ਹੁੰਦਾ,
ਇੱਕ ਗਰੀਬ ਲੋਕ ਹੁੰਦੇ ਜਿਹੜੇ ਰੋਟੀ ਤੋਂ ਆਤਰ ਹੁੰਦੇ ਕਿ ਧਰਮ ਸਥਾਨ 'ਤੇ ਜੋ ਵੀ ਆਉਣ ਵਾਲਾ ਉਹ ਥੋੜ੍ਹਾ ਪੁੰਨਦਾਨ ਜ਼ਰੂਰ ਕਰਕੇ ਜਾਂਦਾ ਹੈ। ਇਹੀ ਗੱਲ ਗੁਰੂ ਸਾਹਿਬ ਆਖ ਰਹੇ ਕਿ ਸਾਡੇ ਮਾਤਾ ਪਿਤਾ ਜੀ ਜਦੋਂ ਤਰਵੇਣੀ ਸਥਾਨ 'ਤੇ ਗਏ, ਪੁੰਨਦਾਨ ਦਿਨ ਕਰਤ ਬਤਾਏ। ਕਈ ਵੀਰ ਕਹਿੰਦੇ ਪੁੰਨਦਾਨ ਕਰਨ ਗਏ ਸੀ ਗੁਰੂ ਤੇਗ ਬਹਾਦਰ ਸਾਹਿਬ। ਉਹ ਗੁਰਮੁਖ ਪਿਆਰਿਓ, ਇੱਕ ਉੱਥੇ ਪੁਜਾਰੀ ਬਣ ਕੇ ਮੰਗਣ ਜਾਂਦਾ, ਇੱਕ ਲੈਣ ਜਾਂਦਾ, ਤੇ ਗੁਰੂ ਸਾਹਿਬ ਨੇ ਤੇ ਪੁੰਨਦਾਨ ਦਿਨ ਕਰਤ ਬਤਾਏ। ਪੁੰਨਦਾਨ ਕਰਦਿਆਂ ਵੰਡਦਿਆਂ ਦਿਨ ਬਤਾਏ ਉੱਥੇ, ਜੋ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਹੈ। ਤਹੀਂ ਪ੍ਰਕਾਸ਼ ਹਮਾਰਾ ਭਇਓ। ਹੁਣ ਅਸੀਂ ਆਪ ਆਖਦੇ ਤਰਵੇਣੀ ਦੀ ਗੱਲ ਕੀਤੀ ਕਿ ਗੁਰਮੁਖ ਪਿਆਰਿਓ ਗੁਰੂ ਨਾਨਕ ਸਾਹਿਬ ਨਹੀਂ ਗਏ। ਇੱਕ ਮੈਨੂੰ ਬਾਬਾ ਜੀ ਫੋਨ ਕਰ ਰਹੇ ਸੀ, ਬਾਬਾ ਜੀ ਕਿ ਗੁਰੂ ਸਾਹਿਬ ਤਰਵੇਣੀ ਗਏ। ਮੈਂ ਕਿਹਾ ਗੁਰੂ ਸਾਹਿਬ ਕਿੱਥੇ ਕਿੱਥੇ ਗਏ, ਅਸੀਂ ਨਹੀਂ ਸਮਝੇ ਤੇ ਦੂਜਿਆਂ ਨੂੰ ਕੀ ਸਮਝਾਵਾਂਗੇ। ਤੁਸੀਂ ਅੱਜ ਗੁਰੂ ਸਾਹਿਬ ਦੇ ਨਾਂ 'ਤੇ ਬੜਾ ਵੱਡਾ ਇਕੱਠ ਕਰਦੇ ਹੋ, ਬੜੇ ਵੱਡੇ ਪੰਡਾਲ ਸਜਾਉਂਦੇ ਹੋ, ਤੇ ਉੱਥੇ ਗੱਲ ਕੋਈ ਹੋਰ ਹੀ ਆਪਣੀ ਕਹਿ ਜਾਂਦਾ ਆ ਕੇ। ਤੇ ਗੁਰੂ ਨਾਨਕ ਸਾਹਿਬ ਨੇ ਕਿਤੇ ਵੀ ਇਕੱਠ ਨਹੀਂ ਕੀਤਾ। ਇੱਕ ਜਗ੍ਹਾ ਕਿਤੇ ਜ਼ਿਕਰ ਦੱਸ ਦਿਓ ਜਿੱਥੇ ਗੁਰੂ ਨਾਨਕ ਸਾਹਿਬ ਨੇ ਇਸ਼ਤਿਹਾਰ ਲਿਖ ਕੇ ਵੰਡੇ ਹੋਣ, ਜਿੱਥੇ ਸੁਨੇਹਾ ਭੇਜੇ ਹੋਣ ਵੀ ਮੈਂ ਆ ਰਿਹਾ, ਉੱਥੇ ਇਕੱਠੇ ਹੋ ਜਾਇਓ। ਗੁਰੂ ਨਾਨਕ ਸਾਹਿਬ ਨੇ ਦੱਸਿਆ ਜਿੱਥੇ ਸੱਚ ਦੀ ਆਵਾਜ਼ ਆਏਗੀ ਨਾ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਜਿੱਥੇ ਸੱਚੇ ਦੇ ਨਾਮ ਦੀ ਵਿਚਾਰ ਹੋਏਗੀ, ਉੱਥੇ ਸੰਗਤ ਆਪਣੇ ਆਪ ਹੀ ਭੌਰਿਆਂ ਦੀ ਨਿਆਈ ਆ ਕੇ ਇਕੱਤਰ ਹੋ ਜਾਂਦੀ ਹੈ। ਫਿਰ ਬਾਬਾ ਮੱਕੇ ਗਿਆ। ਮੱਕੇ ਤੇ ਮੁਸਲਮਾਨਾਂ ਦਾ ਸਥਾਨ ਸੀ। ਉਹ ਵੀ ਉਹ ਸਥਾਨ ਸੀ ਜਿੱਥੇ ਗੁਰਮੁਖ ਪਿਆਰਿਓ ਸਿਰਫ ਹਾਜੀ ਜਾ ਸਕਦੇ ਸੀ ਅੱਜ ਵਾਸਤੇ, ਸਿਰਫ ਮੁਸਲਮਾਨ, ਉਹ ਵੀ ਹਾਜੀ। ਤੇ ਹਾਜੀ ਪਤਾ ਕੌਣ? ਹੱਜ ਕਿਹਦੇ ਵਾਸਤੇ ਥਰਾਈ ਜਾ, ਉਹਦੀ ਸ਼ਰਤਾਂ ਪਤਾ ਕੀ ਆ? ਜਿਸ ਨੇ ਕਿਸੇ ਦਾ ਕੋਈ ਕਰਜ਼ ਨਾ ਦੇਣਾ ਹੋਵੇ, ਉਹਦਾ ਹੀ ਹੱਜ ਯਾਤਰਾ ਪ੍ਰਵਾਨ ਹੈ। ਜੇ ਕਿਸੇ ਕਿਸੇ ਨੇ ਕਰਜ਼ ਦੇਣਾ ਹੈ ਤੇ ਉਹ ਪਹਿਲਾਂ ਕਰਜ਼ ਤੋਂ ਮੁਕਤ ਹੋਵੇ। ਜੇ ਨਹੀਂ ਲਾ ਸਕਦਾ ਤੇ ਉਹ ਆਪਣੀ ਕਮਾਈ ਚੋਂ ਕਿਸੇ ਸੱਚੇ ਸੁੱਚੇ ਮੁਸਲਮਾਨ ਨੂੰ ਪੈਸਾ ਦੇ ਕੇ ਹੱਜ ਘੱਲ ਦੇਵੇ, ਅੱਧਾ ਫਲ ਉਹਨੂੰ ਮਿਲ ਜਾਂਦਾ। ਇਸਲਾਮ ਦੀ ਮਰਜ਼ਾਦਾ ਦੱਸੀ ਹੈ। ਤੇ ਉਸ ਸਥਾਨ 'ਤੇ ਗੁਰੂ ਨਾਨਕ ਸਾਹਿਬ ਗਏ। ਫਿਰ ਬਾਬਾ ਮੱਕੇ ਗਿਆ ਤੇ ਮੱਕੇ ਜਾ ਕੇ ਬਾਬੇ ਨੇ ਕੀ ਕੀਤਾ? ਫਿਰ ਬੈਠਾ ਜਾਏ ਮਸੀਤ ਵਿੱਚ, ਮਸੀਤ ਦੇ ਅੰਦਰ ਜਾ ਕੇ ਬੈਠਾ ਬਾਬਾ, ਜਿੱਥੇ ਹਾਜੀ ਹੱਜ ਗੁਜ਼ਾਰੀ। ਸਾਨੂੰ ਵਿਸ਼ਾ ਸਮਝ ਆ ਸਕੇ, ਇਸ ਕਰਕੇ ਮੈਂ ਥੋੜ੍ਹਾ ਜਿਹਾ ਵਿਸਤਾਰ ਕਰ ਰਿਹਾ। ਫਿਰ ਬਾਬਾ ਗਿਆ ਬਗਦਾਦ ਨੂੰ। ਕਾਹਦੇ ਵਾਸਤੇ ਗਿਆ ਸੀ ਬਾਬਾ ਬਗਦਾਦ? ਹੁਣ ਮੱਕੇ ਇਕੱਠ ਸੀ ਮੁਸਲਮਾਨਾਂ ਦਾ, ਹਾਜੀਆਂ ਦਾ, ਤੇ ਗੱਲ ਬਾਬੇ ਨੇ ਉੱਥੇ ਜਾ ਕੇ ਅਕਾਲ ਪੁਰਖ ਦੀ ਆਪਣੀ ਆਪ ਆਖੀ। ਇਕੱਠ ਸੀ ਬਗਦਾਦ ਦੇ ਵਿੱਚ ਮੁਸਲਮਾਨਾਂ ਦਾ, ਨਮਾਜ਼ਾਂ ਉਹਨਾਂ ਦੀਆਂ, ਬਾਂਗ ਉਹਨਾਂ ਦੀ ਦੇਣ 'ਤੇ ਮਨਾਹੀ ਸੀ, ਕੋਈ ਬਾਂਗ ਨਹੀਂ ਦੇ ਸਕਦਾ। ਤੇ ਉੱਥੇ ਪਤਾ ਕੀ ਰਿਪੋਰਟ ਪੇਸ਼ ਹੋਈ ਸੀ ਫਿਰ ਬਾਦਸ਼ਾਹ ਨੂੰ? ਕਹਿੰਦੇ ਵਿੱਚ ਬਗਦਾਦ ਦੇ ਇੱਕ ਨਵਾਂ ਫਕੀਰ ਆਇਆ ਏ, ਉਹਦੇ ਨਾਲ ਇੱਕ ਮਰੀਦ ਮੋਮਨ। ਕਹਿੰਦੇ ਉਹਦਾ ਚੇਲਾ ਇੱਕ ਮੁਸਲਮਾਨ ਹੈ। ਵਿੱਚ ਸ਼ਰਾ ਦੇ ਸਾਰੇ ਰਾਗ ਮਮਨੂ, ਮੁਸਲਮਾਨੀ ਸ਼ਰਾ ਰਾਗ ਗਾਉਣੇ ਮਨਾ ਹੈ, ਸਾਰੇ ਰਾਗ। ਪਰ ਉਹ ਫਕੀਰ ਆਪੂ ਰਾਗ ਗਾਵੰਦਾ ਏ। ਪਰ ਉਹ ਫਕੀਰ ਤੇ ਬਗਦਾਦ ਵਿੱਚ ਆ ਕੇ ਵੀ ਆਪ ਰਾਗ ਗਾ ਰਿਹਾ। ਨਾਲ ਉਸ ਦੇ ਇੱਕ ਮਰੀਦ ਮੋਮਨ, ਬੜੀ ਸੋਹਣੀ ਰਬਾਬ ਵਜਾਵੰਦਾ ਏ। ਉਹਨਾਂ ਦੀਆਂ ਨਮਾਜ਼ਾਂ ਤੇ ਪਾਬੰਦੀਆਂ ਸੀ। ਤੇ ਬਾਬੇ ਨੇ ਕੀ ਕੀਤਾ? ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਤੇ ਕੀ ਕੀਤਾ ਬਾਹਰ ਜਾ ਕੇ ਬਾਬੇ ਨੇ? ਜਦੋਂ ਟਾਈਮ ਹੋ ਗਿਆ ਨਮਾਜ਼ ਪੜ੍ਹਨ ਦਾ ਨਾ,
ਬਾਬੇ ਨੇ ਆਪ ਹੀ ਬਾਂਗ ਦੇ ਦਿੱਤੀ। ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਆ ਜਹਾਨਾ। ਸੁਨ ਮੁਨ ਨਗਰੀ ਪਈ, ਦੇਖ ਪੀਰ ਪਿਆ ਹੈਰਾਨਾ। ਸੁਨ ਮੁਨ ਨਗਰੀ ਸੀ, ਪੀਰ ਵੀ ਹੈਰਾਨ ਹੋ ਗਿਆ ਕਿ ਇੱਥੇ ਤੇ ਬਾਂਗ ਦੇਣ ਦੀ ਮਨਾਹੀ ਆ, ਇਹ ਕਿਹੜਾ ਬਗਦਾਦ ਵਿੱਚ ਆ ਗਿਆ ਜਿਹਨੇ ਆ ਕੇ ਐਡੀ ਜ਼ਬਰਦਸਤ ਬਾਂਗ ਦਿੱਤੀ। ਮੈਂ ਅੱਜ ਦੇ ਵਿਸ਼ੇ ਵੱਲ ਆਵਾਂ। ਉੱਥੇ ਇਕੱਠ ਸੀ ਮੁਸਲਮਾਨਾਂ ਦਾ ਤੇ ਗੱਲ ਬਾਬੇ ਨੇ ਆਪਣੀ ਆਖੀ। ਹੁਣ ਤੁਸੀਂ ਕਹੋਗੇ ਬਾਬਾ ਬਗਦਾਦ ਕਿਉਂ ਗਿਆ? ਤੇ ਬਾਬਾ ਤੇ ਫਿਰ ਹਰਿਦੁਆਰ ਵੀ ਗਿਆ। ਇਸ ਕਰਕੇ ਵਿਸ਼ੇ ਨੂੰ ਸਮਝੋ ਕਿ ਗੁਰੂ ਸਾਹਿਬ ਕਿਉਂ ਤੀਰਥ ਸਥਾਨਾਂ 'ਤੇ ਗਏ ਹਨ। ਪੁੰਨ ਦਾਨ ਦਿਨ ਕਰਤ ਬਤਾਏ, ਉੱਥੇ ਪੁੰਨ ਦਾਨ ਕਰਦਿਆਂ ਕਈ ਦਿਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਬਤਾ ਦਿੱਤੇ। ਤਹੀਂ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਪਵ ਲਿਓ। ਗੁਰੂ ਗੋਬਿੰਦ ਸਾਹਿਬ ਜੀ ਆਖਦੇ ਹਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕਿ ਪਟਨਾ ਸ਼ਹਿਰ ਤਹੀਂ ਪ੍ਰਕਾਸ਼ ਹਮਾਰਾ ਪਇਓ। ਤਰਵੇਣੀ ਸਥਾਨ ਦੇ ਉੱਤੇ ਹੀ ਅਸੀਂ ਮਾਤਾ ਦੇ ਗਰਭ ਦੇ ਅੰਦਰ ਸਾਡਾ ਪ੍ਰਕਾਸ਼ ਹੋਇਆ। ਪਟਨਾ ਸ਼ਹਿਰ ਵਿਖੇ ਪਵ ਲਿਓ, ਪਟਨਾ ਸ਼ਹਿਰ ਵਿੱਚ ਆ ਕੇ ਫਿਰ ਅਸੀਂ ਭਾਵ ਕਿ ਜਨਮ ਧਾਰਨ ਕੀਤਾ। ਮਦਰ ਦੇਸ਼ ਹਮ ਕੋ ਲੈ ਆਏ। ਹੁਣ ਵੇਖੋ, ਜਿਹੜੇ ਕਈ ਲੋਕ ਕਹਿੰਦੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬਿਹਾਰ 'ਚ ਜਨਮ ਹੋਇਆ ਉਹਨਾਂ ਦਾ, ਉਹਨਾਂ ਕੀ ਆਖਿਆ? ਮਦਰ ਦੇਸ਼, ਮਾਤ ਭੂਮੀ, ਮਾਤ ਭੂਮੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਅਸੀਂ ਕਹਿੰਦੇ ਨਾ ਸਾਡੀ ਮਾਤ ਭੂਮੀ ਕਿਹੜੀ? ਜਨਮ ਭੂਮੀ। ਮਾਤ ਭੂਮੀ ਹੁੰਦੀ ਇੱਕ, ਜਨਮ ਭੂਮੀ ਉਹ ਹੁੰਦੀ ਜਿੱਥੇ ਜਨਮ ਹੋਇਆ ਹੋਵੇ। ਕਈ ਵਾਰੀ ਲਿਖਿਆ ਜਾਂਦਾ ਨਾ ਕਿ ਬਰਥ ਪਲੇਸ ਕਿੱਥੇ ਤੁਹਾਡਾ, ਕਿੱਥੇ ਜੰਮੇ। ਕੋਈ ਕਹਿੰਦਾ ਮੈਂ ਦੇਹਰਾਦੂਨ ਜਨਮ ਹੋਇਆ, ਫਿਰ ਕਹਿੰਦਾ ਕਿੱਥੇ ਰਹਿਣ ਵਾਲਾ? ਕਹਿੰਦੇ ਜੀ ਮੈਂ ਅੰਮ੍ਰਿਤਸਰ ਦਾ, ਤਰਨਤਾਰਨ ਸਾਹਿਬ ਦਾ, ਗੁਰਦਾਸਪੁਰ ਦਾ, ਫਰੀਦਕੋਟ ਦਾ, ਬਠਿੰਡੇ ਦਾ, ਬੰਦਾ ਦੱਸਦਾ। ਫਿਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਨਮ ਤੇ ਸਾਡਾ ਪਟਨੇ ਹੋਇਆ, ਪਰ ਕਹਿੰਦੇ ਮਦਰ ਦੇਸ਼ ਹਮ ਕੋ ਲਿਆਏ। ਫਿਰ ਸਾਡੇ ਮਾਤ ਭੂਮੀ ਜਿਹੜੀ ਸੀ ਨਾ, ਮਾਤਾ ਪਿਤਾ ਦੇ ਜਨਮ ਭੂਮੀ ਤੇ ਸਾਨੂੰ ਫਿਰ ਲੈ ਆਏ। ਭਾਂਤ ਭਾਂਤ ਦਈਨ ਦੁਲਰਾਏ, ਉੱਥੇ ਦਾਈਆਂ ਨੇ ਸਾਡੇ ਨਾਲ ਬੜੇ ਭਾਵ ਕੇ ਦੁਲਰਾਏ, ਜਿਵੇਂ ਕਹੀਦਾ ਲੋਰੀਆਂ ਦੇਣੀਆਂ। ਉੱਥੇ ਦਾਈਆਂ ਨੇ ਬੜੀ ਸੇਵਾ ਕੀਤੀ। ਕੀਨੀ ਅਨੇਕ ਭਾਂਤ ਤਨ ਰਛ, ਬੜੀ ਵਿਧੀਆਂ ਨਾਲ ਉਹਨਾਂ ਨੇ ਸਾਡੇ ਤਨ ਦੀ ਰਕਸ਼ਾ ਕੀਤੀ। ਦੀਨੀ ਭਾਂਤ ਭਾਂਤ ਕੀ ਸਿੱਖਿਆ, ਉੱਥੇ ਬੜੀਆਂ ਭਾਂਤਾਂ ਦੀ ਸਾਨੂੰ ਸਿੱਖਿਆ ਦਿੱਤੀ ਗਈ ਪਟਨਾ ਦੀ ਸਾਹਿਬ ਦੀ ਧਰਤੀ ਤੇ ਫਿਰ ਮਦਰ ਦੇਸ਼ ਵਿੱਚ ਆ ਕੇ ਵੀ। ਜਬ ਹਮ ਧਰਮ ਕਰਮ ਮੋਹ ਆਏ, ਜਦੋਂ ਅਸੀਂ ਧਰਮ ਦੇ ਕੰਮਾਂ 'ਚ ਪ੍ਰਵੇਸ਼ ਕੀਤਾ ਨਾ, ਸਤਿਗੁਰੂ ਆਖਦੇ ਦੇਵ ਲੋਕ ਤਬ ਪਿਤਾ ਸਦਾਈ। ਜਦੋਂ ਅਸੀਂ ਧਰਮ ਦੇ ਕੰਮਾਂ 'ਚ ਜੇ ਪ੍ਰਵੇਸ਼ ਕੀਤਾ ਹੀ ਆ ਤੇ ਦੇਵਲੋਕ ਵਾਸਤੇ ਪਿਤਾ ਚੱਲ ਪਏ, ਸ਼ਹਾਦਤ ਦੇਣ ਵਾਸਤੇ ਦੇਵਲੋਕ ਨੂੰ ਚਲੇ ਗਏ, ਸ਼ਹੀਦ ਹੋ ਗਏ ਪਿਤਾ ਜੀ। ਸੋ ਪਟਨਾ ਸਾਹਿਬ ਦੀ ਧਰਤੀ ਤੇ ਚੋਜੀ ਪ੍ਰੀਤਮ ਨੇ ਕਿਹੜੇ ਕਿਹੜੇ ਚੋਜ ਕੀਤੇ, ਸੰਖੇਪ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ। ਗੁਰਮੁਖ ਪਿਆਰਿਓ, ਇੱਕ ਸ਼ਿਵਦੱਤ ਪੰਡਤ ਜੀ ਰਹਿੰਦੇ ਸੀ ਇੱਥੇ। ਉਹ ਰੋਜ਼ਾਨਾ ਹੀ ਜਾ ਕੇ ਗੰਗਾ ਜੀ ਦੇ ਕਿਨਾਰੇ ਸਮਾਧੀ ਲਾਉਂਦੇ ਸੀ, ਪਰ ਬੇਚੈਨ ਰਹਿੰਦੇ ਸੀ। ਉਹ ਲਾਲਸਾ ਕਰਦੇ ਸੀ ਕਿ ਮੈਨੂੰ ਕਿਤੇ ਸ੍ਰੀ ਰਾਮ ਚੰਦਰ ਜੀ ਦੇ ਦਰਸ਼ਨ ਹੋਣ। ਸ੍ਰੀ ਰਾਮ ਚੰਦਰ ਜੀ ਦੇ ਬੜੇ ਭਗਤ ਸੀ। ਉਹਨਾਂ ਨੂੰ ਸੰਗਤ ਪਟਨੇ ਦੀਆਂ ਸੰਗਤਾਂ ਨੇ ਆਖਿਆ ਕਿ ਤੁਸੀਂ ਗੋਬਿੰਦ ਰਾਏ ਦੇ ਵਿੱਚੋਂ ਪ੍ਰਭੂ ਦੇ ਦਰਸ਼ਨ ਕਰ ਸਕਦੇ। ਅਸੀਂ ਉਸ ਬਾਲਕ 'ਚੋਂ ਦਰਸ਼ਨ ਕੀਤੇ ਆ। ਇੱਕ ਦਿਨ ਉਹਨੇ ਅਰਦਾਸ ਕਰ ਦਿੱਤੀ ਕਿ ਵਾਕਿਆ ਹੀ ਜੇ ਗੋਬਿੰਦ ਰਾਏ ਉਸ ਪ੍ਰਭੂ ਦਾ ਭਗਤ ਹੈ, ਜੇ ਉਹ ਵਾਕਿਆ ਹੀ ਉਸ ਮਾਲਕ ਦੀ ਧੁਰੋਂ ਦਰਗਾਹੀ ਉਤਾਰ ਹੈ, ਤੇ ਮੈਨੂੰ ਫਿਰ ਹੁਣੇ ਦਰਸ਼ਨ ਦੇਣ ਆ ਕੇ। ਇੰਨੀ ਦੇਰ ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਮਣੇ ਬਿਲਕੁਲ ਹਾਜ਼ਰ ਹੋ ਗਏ।
कोई इतिहासकार कहता जिवें बच्चे आखदे में पंडित जी झाक करके आख्या, कोई कहते सामने खड़ के, भाव के हाजिर हो गए। असीं अज भी अरदास करते हैं ना, गुरु गोबिंद सिंह साहब जी सब थाई होए सहाय। जिथे कोई याद करता सतगुरां नूं उत्थे सतगुरु हाजिर हन। हुण पंडित जी ने एकदम अखां खोलियां, देखिया बालक खड़ा छोटा जिहा गोबिंद राय, फिर नेत्र बंद कर ले ते फिर आख्या कि जे वाकई ये अवतार हैं तो मैनूं एक बारी श्री रामचंद्र जी के रूप च दर्शन देण। ते जदों अखां बंद करके खोलियां तो सामने श्री रामचंद्र जी नूं खड़े पाया। फिर अखां बंद करके खोलियां तो गोबिंद राय खड़े, फिर चरनां ते टैप है एकदम। इत्थे बड़े चोज कीते चोजी प्रीतम ने, चोजी मेरे गोविंदा, चोजी मेरे प्यारिया, हर प्रभ मेरा चोजी जियो। इत्थे एक राजा फतेह चंद होया है, राजा मैणी संगत कहते आ। उहदी फतेह चंद मैणी राणी जिहड़ी सी ना, उहदे घर औलाद नहीं सी, ते उहने ना एक दिन मन अंदर कल्पना की कि जिस तरह का माँ गुजरी का चन है, जिस तरह का माँ गुजर कौर का लाल है, किते मेरा भी इस तरह का पुत्र होवे। एकदम जदों नेत्र बंद करके पुत्र की जाच अंतर ध्यान होए ना, ते गुरु गोबिंद राय जी खेलते खेलते गए ते जाके गोदी च बह के आख्या माँ। जदों माँ शब्द आख्या तो ठंड पै गई। कहते माँ भुख बड़ी लगी, कुछ छकना है। कहते मैं पूरियां बना के लियानी। कहते नहीं माँ, छोले ही खाने, घुंगणियां ही छकनियां, क्योंकि उस समय वो बनया होया सी घर विच। माता जी हैरान हो गए कि जो रसोई च बनया सी वही क्या खाना। फिर उत्थे जो छोले बने हुए सी वही माता जी होना ने छकाए। इत्थे एक जगता सेठ भी रहिंदा सी, जगता सेठ। गुरु तेग बहादुर साहब के दरबार जगते सेठ ने आना, ते जदों किधरे दूर व्यापार लई जाना ना, ते गुरु गोबिंद राय छोटी जी उम्र सी, पुछना आप जी वास्ते की लियाईए। ते छोटी उम्र ही कहना एक तीर कमान लैके आयो, एक सोहनी जी किरपान लैके आयो। बड़ा गुरु घर नाल जुड़िया सी, पर इसके घर कोई औलाद नहीं सी। इन्हें 3 विआह कराए हुए सन औलाद वास्ते। पुरातन समय इसे तरह का सी, क्योंकि ज़्यादातर औलाद ना होनी तो भी औरत जाति नूं दोष दिता जाता सी। भाव कि इस तरह का समा सी, पुरातन समय ते नारी जाति नूं पैर की जुत्ती समान समझा जाता सी। औरत जात नूं जे किते सम्मान मिलिया, अज बराबरता की गल करते, मैं कहना गुरु नानक दे घर ने बराबर तो भी अगांह का सत्कार दिता। सत्कार मिलिया तो गुरु नानक साहब दे घर। इस्लाम धर्म दे अंदर भाई नमाज पढ़ सकते, भैणां नूं नमाज पढ़न दी मस्जिद दे विच आके, मस्जिद दे विच आके नमाज पढ़न की इजाजत नहीं। मस्जिद च औरतां नहीं आउंदियां। उन्हां दे जदों किसी की मौत हो जाती है, भावें बुढ़ा होवे, जवान होवे, बच्चा होवे, औरत होवे, कब्रस्तान तक भाई ते जा सकते, पर बीबियां नूं जाण की इजाजत नहीं हुंदी। भाइयों दे कोल धार्मिक चिन्ह सुन्नत है, पर बीबियां दी धर्म विच किसी प्रकार की होर एंट्री नहीं हुंदी। इस तरह सनातन धर्म के अंदर जनेऊ भी अलग अलग धागियां दा, ब्राह्मण का ज़्यादा धागियां दा है, खत्तरी का घट धागियां दा, वैस का एक धागे का रह जाता, तो शूदर नूं ते औरत नूं जनेऊ पाउणा अथराइज ही नहीं है। यही तो बाबे नानक पातशाह ने आख्या सी, कहते जनेऊ जरूरी, कहते काहदे वास्ते, कहते धर्म च एंट्री वास्ते। उन्हें कहा फिर मेरी 5 साल वड्डी भैन है, उन्होंने तो मेरी माँ नूं क्यों नहीं धारण कराया। कहते औरत अपवित्र होंदी है, तो जिस करके अपवित्र कहा ना, तो मेरे बाबे ने कहा जोरू सिर नहावणी आवे वारो वार।
ਇਹ ਤਾਂ ਕੁਦਰਤ ਦਾ ਨਿਯਮ ਹੈ। ਬਾਬੇ ਨੇ ਆਖਿਆ औरत तो सब तो पवित्र है। बाबे ने आख्या जिहड़ी जन्म देण वाली माँ है, जिहड़ी रीति रिवाज रस्म उन्होंने पवित्र दसदा है, मैं वो धारण करना भी नहीं। सो बाबे नानक पातशाह ने किड्डा वड्डा मान दिता। गुरुदेव माता गुरुदेव पिता। जे इत्थे ग्रंथी सिंह की ड्यूटी असीं कर सकते तो साडियां भैणां भी कर सकदियां। सिंह कथा कर सकता, बीबी भी कथा कर सकती है। जे सिंह अमृतधारी है, सिंघणी लिए भी उही 5 बाणियां दा पढ़ के अमृत तैयार किया जाता, इकट्ठा ही छकाया जाता। असीं 5 ककार धारण करते, बीबियां भी 5 ककार धारण करदियां। इत्थों तक जे सिंह एक जंगे मैदान जूझ सकता तो माई भाग कौर भी जूझ सकती है। इत्थों तक जे सिंह पिछे हट गया तो माई भाग कौर उन्होंने वंगार के जोधे बना के जंगे मैदान च लैके आ सकती है। गुरुदेव माता पहला बच्चे का गुरु बच्चे की माँ है। सब तो वध सत्कार जिहड़ा है वो गुरु नानक साहब महाराज के घर ने बख्शिश किया। सतगुरु जी आखते हैं, तात मात मर अलख अराधा, बहु विध जोग साधना साधा। सो गुरमुख प्यारो, इत्थे गुरु साहब जी महाराज ने जदों जगता सेठ शाम के वेले आया लंगर तो लंगर च 3 ही सेब बचे हुए सी। गुरु तेग बहादुर साहब ने 3 सेब ही चुके जगते की झोली च पा दिते ते जगता घर लै गया। उन्हें जाके 3 पत्नियों नूं एक एक खवा दिता ते 3 ही पत्नियां दी कुख तो एक एक सपुत्र ने जन्म लिया। इहदे घर 3 पुत्रां दा जन्म होया। अज वाले साधन की तरह नहीं कि सेब देणगे ते मुंडे होणगे। वो तो गुरु साहब महाराज, गुरु की बराबरी कौन कर सकता है। वो तो गुरमुखो रहमतां हुंदियां हन सतगुरां दियां। तो इत्थे सतगुरु महाराज ने बड़े चोज कीते। गुरु कलगीधर पातशाह जी महाराज ने पटना साहब की धरती ते रह के जदों फिर गुरु साहब महाराज चाले पाउंदे हन ना पंजाब की धरती वाल नूं, मदर देश हमको ले आए। जदों मदर देश वाल आउंदे हन, उस समय का हाल सतगुरु आखदे हन। रस्ते च फिर गुरुद्वारा हांडी साहब है, उत्थे भी सतगुरां ने माता की रिझी हुई हांडी की खिचड़ी जिहड़ी सी वो छकनी कीती है। सो गुरु गोबिंद सिंह महाराज फिर आनंदपुर साहब आनंदां दी पुरी पहुँचते हैं। रस्ते च पड़ा करते करते लखनऊ दे विच भी ना एक इतिहासक गुरुद्वारा अय्यागंज है, जिथे गुरु तेग बहादुर साहब महाराज ने चरण पाए हैं। ते एक उत्थे ना गुरुद्वारा आर्मी दे विच AFMSD गुरुद्वारा है, जिस गुरुद्वारा साहब विच गुरु साहब दे चरण पए ते उस रोड का नाम है GGS मार्ग, गुरु गोबिंद सिंह मार्ग। आपां बेनतियां कीतियां सी उत्थे कि तुसीं सानूं इजाजत दे दिओ, ये GGS मार्ग का असीं एक गेट बना दईए। तुहाडे कोलों लैंदे कुछ नहीं असीं, वो MC सेंटर के विचकारों दी निकलदा रास्ता वो GGS मार्ग। असीं तुहाडे कोल लैंदे कुछ नहीं, संगत ते किरपा गुरु साहब की इजाजत दिओ, असीं एक वड्डा जिहा गेट बनाउने आ, उहदे ते लिखांगे गुरु गोबिंद सिंह मार्ग, श्री गुरु गोबिंद सिंह मार्ग। सिर्फ इन्नी इजाजत की जरूरत है। पर उस स्थान ते ना गुरुद्वारा AFMSD आर्मी दे विच है, उत्थे दी संगत का मनना है जिहड़ी आर्मी के लागे छागे संगत है। AFMSD यूनिट उस गुरुद्वारा साहब की सेवा कर रही है। दास नूं मौका मिलिया 4 साल उत्थे सतगुर ने तरस करके सेवा लई। ऐतवार ते संगरांद का असीं प्रोग्राम उत्थे करते हुंदे सी। 1.5-2 घंटे कथा विचार होनी, इतिहास की लंगर चलना, बड़ी चढ़ती कला उस स्थान ते सतगुरां की बड़ी रहमत है। एक वड्डा जिहा निम का दरख्त है, जिहदे नालों लोग आखदे गुरु तेग बहादुर साहब महाराज ने अपना घोड़ा बन्निया सी।
ਔਰ ਇਸੇ ਰਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਗਏ ਸੀ ਬਾਲ ਅਵਸਥਾ ਦੇ ਵਿੱਚ। ਤੇ ਉਸ ਦਰਖਤ ਦੇ ਵਿੱਚੋਂ ਨਾ ਇੱਕ ਆਕਿਰਤੀ ਨਿਕਲ ਕੇ, ਜਿੱਦਾਂ ਦਰਖਤ ਦੇ ਵਿੱਚੋਂ ਘੋੜੇ ਦਾ ਮੂੰਹ ਬਣਿਆ, ਸੇਮ ਜਿਸ ਤਰ੍ਹਾਂ ਮੁੱਖ ਹੁੰਦਾ ਘੋੜੇ ਦਾ। ਔਰ ਉਹ ਸਥਾਨ ਐਸਾ ਸਥਾਨ ਹੈ, ਸੱਚ ਕਰਕੇ ਜਾਣਿਓ ਕਿ ਉਸ ਸਥਾਨ 'ਤੇ ਗੁਰੂ ਸਾਹਿਬ ਇਵੇਂ ਝੋਲੀਆਂ ਭਰਦੇ ਤੇ ਹਰ ਜਗ੍ਹਾ ਗੁਰੂ ਗ੍ਰੰਥ ਸਾਹਿਬ ਇੱਥੇ ਵੀ ਉਹੀ ਆ, ਪਰ ਕਿਸੇ ਸਥਾਨ ਦੀ ਮਹੱਤਵਤਾ ਕੁਝ ਅਲੱਗ ਹੋ ਜਾਂਦੀ ਹੈ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸਹਾਵਾ ਰਾਮ ਰਾਜੇ। ਉਸ ਸਥਾਨ 'ਤੇ ਐਸੀ ਕਲਾ ਵਰਤਦੀ ਅਸੀਂ ਦੇਖੀ ਹੈ ਮੇਰੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਇੱਕ ਸਿੰਘ ਸੀ ਉੱਥੇ, ਭਾਈ ਸੁਖਦੇਵ ਸਿੰਘ ਜੀ, ਜਿਹਨੂੰ ਆਮ ਤੌਰ 'ਤੇ ਸੁਖੀ PTI ਆਖਿਆ ਜਾਂਦਾ ਸੀ, ਤੇ ਦਾਸ ਦੇ ਨਾਲ ਉਹਦੀ ਪੁਰਾਤਨ ਸਾਂਝ ਸੀ। ਇਹ PTC ਕੋਰਸ ਸਤਿਗੁਰਾਂ ਨੇ ਸਾਨੂੰ ਇਕੱਠਿਆਂ ਨੂੰ ਕਰਾਇਆ ਸੀ, PTI ਕੋਰਸ ਪੂਨੇ ਵਾਲਾ। ਤੇ ਜਦੋਂ ਮੈਂ ਇੱਥੇ ਗਿਆ, ਸਤਿਗੁਰ ਦੀ ਗੁਰੂ ਸਾਹਿਬ ਦੇ ਵਜ਼ੀਰ ਬਣ ਕੇ ਗਏ, ਤੇ ਉੱਥੇ ਬੱਚਿਆਂ ਨੇ ਦੱਸਿਆ ਕਿ ਬਾਬਾ ਜੀ ਇੱਥੇ PTI ਸੁਖੀ ਬੜੇ ਚੰਗੇ ਆ। ਜਦੋਂ ਸਾਨੂੰ ਪਤਾ ਲੱਗਾ, ਅਸੀਂ ਸਿੰਘ ਨੂੰ ਬੁਲਾਇਆ, ਮਿਲੇ, ਵਿਚਾਰ ਵਟਾਂਦਰੇ ਹੋਏ। ਮੈਂ ਕਿਹਾ ਭਾਈ ਸਾਹਿਬ ਕੀ ਗੱਲ ਹੈ ਜੀ? 2001 ਵਿੱਚ ਤੁਹਾਨੂੰ ਸਤਿਗੁਰਾਂ ਨੇ ਹੌਲਦਾਰੀ ਬਖਸ਼ਿਸ਼ ਕੀਤੀ ਸੀ, ਤੇ ਹੁਣ ਤੇ ਇੱਥੇ 2016 ਵੀ ਆ ਗਿਆ, ਅਜੇ ਤੱਕ ਹਾਂ। ਕਹਿੰਦੇ ਜੀ ਆਉਂਦਾ ਜਾਂਦਾ ਕੱਖ ਨਹੀਂ, ਪੜ੍ਹਨਾ ਲਿਖਣਾ ਨਹੀਂ ਹੁੰਦਾ। ਮੈਂ ਕਿਹਾ ਉਹ ਕਿਹੜੇ ਦਰ 'ਤੇ ਬੈਠਾ ਤੂੰ ਆ ਕੇ? ਇਹ ਤੇ ਉਹ ਦਰ ਹੈ, ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਦਾਰੀ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਗੁਰਮੁਖ ਪਿਆਰਿਓ, ਇਸ ਦਰ 'ਤੇ ਬੰਦਾ ਆ ਕੇ ਜਿਹੜਾ ਇਹ ਕਹਿੰਦਾ ਨਾ ਮੈਨੂੰ ਆਉਂਦਾ ਕੱਖ ਨਹੀਂ, ਇਹੋ ਹੀ ਤੇ ਜੁਗਤੀ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੀ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅੱਜ ਦਾ ਹੁਕਮਨਾਮਾ ਸਾਹਿਬ ਇਹੀ ਆ, ਅਨਲ ਅਗਮ ਜੈਸੇ ਲਹਿਰ में उदल जल केवल जल माही, हर हर जन दुई एक है, बेबचार किश नाही, जल ते उपजत रंग ज्यों जल ही विखै समाए। तू कह दे मैनू कुछ नहीं आउंदा, कहंदा मैनू कुछ नहीं आउंदा, इस करके मैं कल कोई नहीं, सतगुर कृपा करनगे। MR1 पता की चल रही है, सतगुर ने रहमत की, MR1 पास हो गई भाई साहब की। फिर बड़े विराग च आके मैं क्या एक कमी रह गई तेरी, तू सिੱਖੀ ਵਿੱਚ नहीं आया, अजे भी क्लीन सेफ ही है तू भाई सुखी। भाई सुखदेव सिंह नहीं बनया, अजे भी सुखी है, तां तू तड़फदा फिरदा। दरख्त नालों टाहनी टुट के लमक जावे, थोड़ी जी तार जुड़ी रवे, हरी ते रह सकती पर अगे ग्रोथ नहीं हुंदी ओहदी, तेरी ग्रोथ तां नहीं हो रही। कहंदे वाकया बाबा जी मेरी ग्रोथ नहीं हो रही, गुड्डी किड्डी वड्डी हो गई पर गां ना हुण औलाद ही नहीं प्राप्त हो रही। ਅਸੀਂ ਬੇਨਤੀ ਕੀਤੀ ਭਾਈ ਸੁਖਦੇਵ ਸਿੰਘ, ਸੰਗਤ 'ਚ ਵਾਅਦਾ ਕਰਦੇ ਹਾਂ, ਤੂੰ ਦਾੜਾ ਕੇਸ ਰੱਖ ਲਾ, ਸਿੱਖੀ ਧਾਰਨ ਕਰ ਲਾ, ਮੇਰਾ ਗੁਰੂ ਤਰਸ ਕਰੇਗਾ, ਰਹਿਮਤ ਕਰਨਗੇ। ਪਰ ਨਾ ਭਰੋਸਾ ਨਾ ਆਉਣਾ, ਕਦੇ ਕਹਿ ਦੇਣਾ ਸਾਹਮਣੇ ਭੋਲਾ ਭੋਲਾ ਪਾ ਸੀ, ਕਹਿਣਾ ਇਹ ਨਹੀਂ ਮੰਨਦੇ, ਬੀਬੀ ਰਾਣੀ ਨਹੀਂ ਮੰਨਦੀ। ਮੈਂ ਕਿਹਾ ਠੀਕ ਆ, ਬੀਬੀ ਰਾਣੀ ਨਹੀਂ ਮੰਨਦੀ ਤੇ ਫਿਰ ਬੇ ਔਲਾਦ ਦੀ ਖੁਸ਼ੀ 'ਚ ਰਹੋ ਤੁਸੀਂ, ਜੇ ਗੁਰੂ ਤੋਂ ਟੁੱਟੇ ਰਹਿਣਾ ਤੇ ਨਾਈਆਂ ਕੋ ਮੰਗੋ ਜਾ ਕੇ। एक दिन RR जाना पिया, RR ने जवाब दे दिता, कहते औलाद नहीं हो सकती तुहाडे, अगाह औलाद नहीं है, मुश्किल है। टैस्ट होए सारे। इस तरह दरबार सजिया सी AFMSD गुरुद्वारा साहब, उत्थे बापू जी सरदार नवाब सिंह बड़े चढ़ती कला वाले आ, अपने इसे पलटन के पहला हैड साहब रह चुके आ, बड़ी कृपा उन्होंने ते बापू जी होना ते वो भी बैठे सारे, ते बड़े सतगुर ने जो बेसुमार अथा गणत अतोले ज्यों बुलावो त्यों नानक दास बोले। पता नहीं सतगुर ने किवें बुला दिता, असी इस तरह कह दिता। वो बैठे रोण लगे सी दोने, बीबी जी ते भाई साहब। ते मैं क्या भाई ये दर ते ऐसा जिथे रोंदे आउंदे ते हसदे जांदे आ, तुसीं इत्थे बह के रोई जा रहे। कहंदे हुण ते RR तो जवाब हो गया। तो मैं क्या हुण भी आ जाओ इस पासे, अज ही तुहाडी असीं अरदास करदे हां कि मेरा बैद गुर गोबिंदा, हर हर नाम औखद मुख देवै, काटै जम की फंदा।
ਤੁਸੀਂ ਕਿਉਂ ਨਹੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਨੈਣੋ ਨੀਰ ਬਹੇ ਤਨ ਖੀਨਾ, ਮੇਰੇ ਅੱਖਾਂ 'ਚੋਂ ਪਾਣੀ ਬੜਾ ਵਗਦਾ। ਆਪਣੇ ਗੁਰੂ ਨੂੰ ਕਹਿ ਦਿਓ ਕਿ ਮੇਰੇ ਰਾਮ ਰਾਏ ਹੋਏ ਵੈਦ ਬਨਵਾਰੀ। ਆਪਾਂ ਕਥਾ ਕਰ ਚੁੱਕੇ ਇਸ ਵਿਸ਼ੇ 'ਤੇ ਕਿ ਮੇਰੇ ਹੋਮ ਵੈਦ ਬਣ ਜਾਓ ਗੁਰੂ ਗ੍ਰੰਥ ਸਾਹਿਬ ਮਹਾਰਾਜ। ਭਗਤ ਭੀਖਨ ਜੀ ਨੇ ਆਖਿਆ ਸੀ ਨਾ, ਤੇ ਹੋਮ ਵੈਦ ਬਣਿਆ ਸੀ। ਅੱਜ ਪ੍ਰਣ ਕਰੋ, ਅਸੀਂ ਅੱਜ ਅਰਦਾਸ ਕਰ ਦਿੰਦੇ। ਕਹਿੰਦੇ ਅਰਦਾਸ ਕਰੋ, ਸਤਿਗੁਰ ਮੈਨੂੰ ਭੁਜੰਗੀ ਦੀ ਦਾਤ ਬਖਸ਼ਣ, ਤੇ ਮੈਂ ਦਾੜਾ ਕੇਸ ਨਹੀਂ ਕਤਲ ਕਰਾਂਗਾ, ਤੇ ਮੈਂ ਅੰਮ੍ਰਿਤ ਵੀ ਛਕਾਂਗਾ। ਸਤਿਗੁਰ ਨੇ ਕਿਰਪਾ ਕੀਤੀ, ਉਹ ਨਾਇਬ ਸੂਬੇਦਾਰ ਵੀ ਬਣੇ, ਤੇ ਉਹਨਾਂ ਨੂੰ ਭੁਜੰਗੀ ਵੀ ਪ੍ਰਾਪਤ ਹੋਇਆ। ਤੇ ਆ ਹੁਣ ਇਸੇ ਮਹੀਨੇ ਉਹਨਾਂ ਨੇ ਫੋਨ ਕੀਤਾ, ਬਾਬਾ ਜੀ ਸਤਿਗੁਰ ਨੇ ਕਿਰਪਾ ਕੀਤੀ ਆ, ਗੁਰੂ ਰਾਮਦਾਸ ਪਾਤਸ਼ਾਹ ਦੇ ਦਰ 'ਤੇ ਜਾ ਕੇ ਅੰਮ੍ਰਿਤਸਰ ਪਰਿਵਾਰ ਸਮੇਤ ਅੰਮ੍ਰਿਤਧਾਰੀ ਹੋ ਗਏ ਹਾਂ, ਗੁਰੂ ਵਾਲੇ ਹੋ ਗਏ ਹਾਂ। ਉਹ ਐਸਾ ਸਥਾਨ ਹੈ, ਜੇ ਮੰਨ ਲਈਏ ਤੇ ਅੱਜ ਵੀ ਉੱਥੇ ਸੰਗਤ ਬੜੀ ਜੁੜਦੀ ਹੈ। ਇੱਕ ਪੰਡਤ ਜੀ ਹੀ ਸੂਬੇਦਾਰ ਅਸ਼ੋਕ ਕੁਮਾਰ ਪਾਂਡੇ ਜੀ, AMC ਸੈਂਟਰ ਦੇ ਪੰਡਤ ਜੀ ਸੀ, ਅੱਜ ਉਹ ਮਥੁਰਾ ਵਿੱਚ ਡਿਊਟੀ ਕਰ ਰਹੇ ਹਨ ਹਸਪੀਟਲ ਅੰਦਰ। ਉਹ ਬੜੇ ਵਿਰਾਗ ਵਿੱਚ ਆ ਕੇ ਕਹਿੰਦੇ ਜੀ ਇੱਕੋ ਬੇਟੀ ਹੈ, ਅਗਾਂਹ ਬੜਾ ਟ੍ਰੀਟਮੈਂਟ ਵੀ ਦੇਖ ਲੇ। ਮੈਂ ਕਿਹਾ ਪੰਡਤ ਜੀ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਹੈ, ਮੇਰੇ ਕੋਲ ਨਹੀਂ ਜੇ ਕੁਝ, ਮੈਂ ਸਿਰਫ ਬੇਨਤੀ ਕਰਨੀ ਹੈ, ਪਰ ਮੈਨੂੰ ਭਰੋਸਾ ਹੈ। ਇੱਕ ਦਿਨ ਕਸ਼ਮੀਰੀ ਪੰਡਤ ਬੇਨਤੀ ਲੈ ਕੇ ਆਏ ਸੀ ਨਾ, ਤੇ ਕੀ ਆਖਿਆ ਸੀ ਉਹਨਾਂ ਨੇ, ਹਮ ਵਿਪਰ ਦੁਖੀ ਕਸ਼ਮੀਰ ਦੇ, ਚੱਲ ਆਏ ਪੁਰੀ ਆਨੰਦ, ਬਾहें ਅਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ, ਬਾहें ਅਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ। ਤੇ ਗੁਰੂ ਸਾਹਿਬ ਨੇ ਬਾਂਹ ਫੜੀ ਸੀ, ਸਿਰ ਦੇ ਕੇ ਧਰਮ ਬਚਾਇਆ ਸੀ। ਤੇ ਸਾਡੇ ਕੋਲ ਅਰਦਾਸ ਵੀ ਇਸੇ ਤਰ੍ਹਾਂ ਹੋਈ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਇੱਕ ਦਿਨ ਕਸ਼ਮੀਰੀ ਪੰਡਤ ਆਈ ਸੀ, ਆਪ ਨੇ ਸੀਸ ਦੇ ਕੇ ਧਰਮ ਬਚਾਇਆ ਸੀ। ਅੱਜ ਵੀ ਇੱਕ ਪੰਡਤ ਜੀ ਤੁਹਾਡੇ ਦਰ 'ਤੇ ਸਿਰਫ ਪੁੱਤਰ ਦੀ ਦਾਤ ਹੀ ਮੰਗਣ ਆਏ ਆ, ਔਰ ਅੱਜ ਭਾਈ ਸਾਹਿਬ ਨੂੰ ਸਤਿਗੁਰ ਨੇ ਭੁਜੰਗੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੋ ਐਸੇ ਸਥਾਨਾਂ ਨੂੰ ਭਾਗ ਲਾਉਂਦੇ ਹੋਏ ਗੁਰੂ ਸਾਹਿਬ ਜੀ ਆਨੰਦਾਂ ਦੀ ਪੁਰੀ ਆਨੰਦਪੁਰ ਸਾਹਿਬ ਪਹੁੰਚੇ ਹਨ। ਬੜੇ ਚੋਜ ਕੀਤੇ ਸਤਿਗੁਰ ਨੇ ਪਟਨਾ ਸਾਹਿਬ। ਆਪਾਂ ਜ਼ਿਕਰ ਕੀਤਾ ਸੀ ਨਾ ਕਿ ਮਾਤਾ ਜੀ ਨੇ ਬੜੇ ਸੁੰਦਰ ਕੰਗਣ ਬਣਾ ਕੇ ਦਿੱਤੇ, ਮਾਤਾ ਨਾਨਕੀ ਜੀ ਨੇ ਪੋਤਰੇ ਨੂੰ, ਕਿਉਂਕਿ 1632 'ਚ ਮਾਤਾ ਗੁਜਰ ਕੌਰ ਦੀ ਸ਼ਾਦੀ ਹੋਈ ਸੀ ਗੁਰੂ ਤੇਗ ਬਹਾਦਰ ਸਾਹਿਬ ਨਾਲ, ਤੇ 1666 'ਚ 34 ਸਾਲ ਬਾਅਦ ਘਰ 'ਚ ਪੁੱਤਰ ਪ੍ਰਾਪਤ ਹੋਇਆ। ਤੇ ਬੜੀਆਂ ਖੁਸ਼ੀਆਂ ਕੀਤੀਆਂ, ਬੜਾ ਧਨ ਵੰਡਿਆ ਉੱਥੇ। ਤੇ ਮਾਤਾ ਨਾਨਕੀ ਜੀ ਨੇ ਆਪਣੇ ਪੋਤਰੇ ਨੂੰ ਬੜੇ ਸੁੰਦਰ ਕੰਗਣ ਬਣਾ ਕੇ ਦਿੱਤੇ ਸੋਨੇ ਦੇ। ਤੇ ਗੁਰੂ ਗੋਬਿੰਦ ਰਾਏ ਜੀ ਇੱਕ ਦਿਨ ਨਾ ਕਿਸ਼ਤੀ 'ਚ ਬੈਠ ਕੇ ਗਏ, ਗੰਗਾ ਦੇ ਵਿੱਚ ਘੁੰਮਦੇ ਫਿਰਦੇ ਸੈਰ ਕਰਦੇ, ਤੇ ਜਾ ਕੇ ਅੱਧ ਵਿਚਕਾਰ ਇੱਕ ਕੰਗਣ ਸੁੱਟ ਆਏ। ਮਾਂ ਨੂੰ ਫਿਕਰ ਪੈ ਜਾਂਦਾ। ਮਾਤਾ ਜੀ ਨੇ ਪੁੱਛਿਆ, ਲਾਲ ਜੀ ਕੰਗਣ ਕਿੱਥੇ ਆ? ਕਹਿੰਦੇ ਮਾਂ ਉਹ ਤੇ ਗੰਗਾ ਜੀ 'ਚ ਡਿੱਗ ਪਿਆ। ਕਹਿੰਦੇ ਚਲੋ ਲੱਭ ਕੇ ਲਈਏ। ਗੋਤਾਖੋਰ ਨਾਲ ਰਹੇ, ਮਾਤਾ ਜੀ ਨੇ ਕਿਸ਼ਤੀ 'ਚ ਬੈਠੇ, ਕਹਿਣ ਕਿੱਥੇ ਆ? ਹੋਰ ਅਗਾਂਹ, ਹੋਰ ਅਗਾਂਹ, ਹੋਰ ਅੱਗੇ, ਡੂੰਘੇ ਪਾਣੀ ਕੋਲ ਚਲੇ ਗਿਆ ਅੱਧ ਵਿਚਕਾਰ। ਗੰਗਾ ਚੜ੍ਹਦੀ ਗਈ। ਗੰਗਾ ਜਦੋਂ ਬਾਰ-ਬਾਰ ਚੜ੍ਹੇ ਤੇ ਗੁਰੂ ਸਾਹਿਬ ਬਾਰ-ਬਾਰ ਪੈਰ ਬਾਹਰ ਨੂੰ ਕੱਢਣ ਤੇ ਮਾਤਾ ਜੀ ਪੈਰ ਫੜ ਲੈਣ। ਫਿਰ ਸਮਝ ਗਏ ਮਾਤਾ ਜੀ। ਜਦੋਂ ਮਾੜਾ ਜਿਹਾ ਪੈਰ ਛੂਹਿਆ ਗੰਗਾ ਜੀ ਦੇ ਨਾਲ ਨਾ, ਤੇ ਗੰਗਾ ਬਿਲਕੁਲ ਡਾਊਨ ਹੋ ਗਈ, ਕਿਉਂਕਿ ਇਹ ਗੰਗਾ ਸਰਸਵਤੀ ਇਹ ਵੀ ਉਦਮ ਕਰਦੀਆਂ ਸਾਧੂ ਸੰਤਾਂ ਦੀ ਚਰਨ ਧੂੜ ਕਿਤੇ ਪ੍ਰਾਪਤ ਹੋ ਜਾਵੇ। ਗੁਰਬਾਣੀ 'ਚ ਜ਼ਿਕਰ ਆਉਂਦਾ ਹੈ। ਫਿਰ ਗੁਰਮੁਖ ਪਿਆਰਿਓ, ਜਿੱਥੇ ਜ਼ਿਆਦਾ ਪਾਣੀ ਸੀ ਨਾ, ਹੌਲੀ ਜੀ ਮੇਰੇ ਸ਼ਹਿਨਸ਼ਾਹ ਨੇ, ਚੋਜੀ ਪ੍ਰੀਤਮ ਨੇ ਚੋਜ ਕਰਨਾ ਸੀ, ਦੂਸਰਾ ਕੰਗਣ ਲਾਇਆ, ਵਗਾ ਕੇ ਮਾਰ ਕੇ ਕਹਿੰਦੇ ਮਾਂ ਇੱਥੇ ਡਿੱਗਿਆ, ਇੱਥੇ ਲੱਭ ਲਾ। ਮਾਤਾ ਜੀ ਕਹਿੰਦੇ ਲੈ ਚਲੋ ਵਾਪਸ। ਕਿਸ਼ਤੀ ਮੋੜ ਲਿਆਂਦੀ। ਸਮਝ ਗਏ ਗੁੱਜੀ ਰਮਜ। ਬਾਲ ਅਵਸਥਾ 'ਚ ਇਹ ਸਮਝਾ ਦਿੱਤਾ, ਮਾਂ ਇਹਨਾਂ ਹੱਥਾਂ ਨੂੰ ਸੋਨੇ ਦੀਆਂ ਕੰਗਣਾਂ 'ਚ ਨਾ ਜਕੜ, ਇਹਨਾਂ ਨੂੰ ਮਾਇਆ ਦੀਆਂ ਬੇੜੀਆਂ ਨਾ ਪਾ। ਇਹਨਾਂ ਨੇ ਪੌਣੇ 9 ਸਾਲ ਦੀ ਉਮਰ 'ਚ ਹੀ ਪਿਤਾ ਨੂੰ ਕੁਰਬਾਨੀ ਲਈ ਪ੍ਰੇਰਿਤ ਕਰਕੇ ਤੋਰ ਦੇਣਾ। ਇਹਨਾਂ ਪਿਤਾ ਦਾ ਕੱਟਿਆ ਹੋਇਆ ਸੀਸ ਹੱਥਾਂ ਨੇ ਪਕੜਨਾ। ਇਹਨਾਂ ਨੂੰ ਸੋਨੇ ਚਾਂਦੀ 'ਚ ਨਾ ਜਕੜ, ਇਹ ਡੋਲਣਗੇ ਮਾਇਆ ਵਿੱਚ ਆ ਕੇ। ਇਹ ਮਾਇਆ ਤੋਂ ਨਿਰਲੇਪ ਰਹਿਣ ਦੇ।
इन्हां हत्थां ने भर जवानी च पिता बाल अवस्था च पिता नूं तोरना ते भर जवानी च पुत्रां नूं तोरना है। और इन्हां हत्थां ने खालसा पंथ सजाउणा है। इन्हां हत्थां ने शस्त्र धारण करवा के खालसे नूं सवा सवा लख नाल लड़ाउणा है। इन्हां नूं सोने दियां कंगणां च मां ना जकड़। इस तरह मेरे चोजी प्रीतमा चोज करदे करदे आनंदां दी पुरी दे अंदर पहुँच गए। गुरु गोबिंद सिंह साहब जी महाराज ने जदों पिता नूं तोरिया ना, पिता दी कुर्बानी हुई, किन्ने चोज कीते गुरु साहब जी महाराज ने। जिस दिन हुक्म दिता ना, जदों सतगुरां दे कोल कटिया सीस लैके आया सी भाई जैता रगरेटा गुरु का बेटा दा खिताब दिता ते उस दिन पुछया सी ना, उन्होंने आपां पहलां जिक्र कर चुके हैं पर अज विशा चल रहा सतगुरां दे चोज। उस दिन पुछदे आ जैतिया बड़ा रोज आ गया होना उत्थे हिंदू सिखां च, कहंदे नहीं महाराज, अपना सिर झुका दिता लोगों ने जुल्म दे अगे, अपने आप नूं सिख दसन तो इनकारी हो गए। अज भी इनकारी होए ना, अपने हत्थीं सिक्खी कतल करवाई जाते। कहन लगे सतगुर कहंदे एकदम म्यानो तेग नूं धू के हवा च लहरा के ना, कहंदे मैं इस तेग चों ऐसा खालसा सजावांगा जो सवा लख लखां दी भीड़ दे विच भी अपने आप नूं छुपा नहीं सकेगा। हुण एक सिख खड़ा होवे ना, भावें दाड़ी भी कट्टी होवे, पग बज्जी होवे, एक बंदा कहंदा जी सिख खड़ा, कहंदे अपने आप नूं वो छुपा नहीं सकेगा। फिर कहंदे मैं इस तेग चों खालसा सजावांगा। हुण सतगुर अंतरजामी पुरख विधाते शरदा मन की पूरिया, तो जिवें किसी ने इस नज़र नाल तकिया होएगा ना, लै ये की करेगा, ये तो बाल है 9 पौने 9 साल का, ये की कर लेगा। तो मेरे शहनशाह की जिहड़ी किरपान हवा च लहराई ना, इउं लगदा उन्हें बोल के आख्या होएगा की करूँगा। कहंदे मुगलों अगे की करोगे, उन्हां दी सरकार है, पहाड़ियां दा घेरा चारे पासे तुहाडे। ते सतगुरां ने आख्या होएगा उस समय, एक एक को धर लूँगा शमशीर के आगे, दिल सीना चीर के धर लूँगा शमशीर के आगे। अब तक दुनिया झुकती थी तकदीर के आगे, अब तकदीर भी झुकेगी मेरी शमशीर के आगे। वाकई ही सतगुरां दी शमशीर अगे अज भी तकदीर झुकदी वेखी जा सकती है। अज अमेरिका, रूस, रशिया वर्गे देश अफगानिस्तान नूं नत्थ पाउण वास्ते तरलो मच्छी हो रहे आ, पर कोई नहीं जित सकिया। पर गुरु गोबिंद सिंह दे सपुत्र सरदार हरी सिंह नलूए ने अफगान नूं भी जित लिया सी। वो तकदीर दे अगे, तकदीर भी झुक गई सी उन्हां दी शमशीर दे अगे। जिहड़े उस आ सलवार पाउण दी मर्यादा चली है ना, ये भी इत्थों ही चली है। हरी सिंह नलूए ने जदों अफगान जित्या सी ना, तो जोधा इस तरह नंगी किरपान लैके खड़ गया सी, कहंदा जिन्ने जिन्ने जान बख्शाउणी आ, औरतां वाले कपड़े पा के, सलवार पा के मेरी किरपान दे थल्लों दी लंघ जाओ, उहदी जान बख्शी जाएगी। वो जिहड़े सलवार पा के ना किरपान थल्लों नंगे सी हरी सिंह नलूए दी थल्लों, ते उदों तो फिर ये मर्यादा जिहड़ी चल गई। सो सतगुरु महाराज किरपा करन, कल आप जी दे नाल सतगुरां दे चोज विचार करांगे, कथा विचार, ते मैं तकरीबन आप दे नाल गुरु गोबिंद सिंह दी फौज दे रूल दी विचार जरूर करांगा। किहड़े किहड़े रूल हन गुरु नानक साहब दे घर दे, जिन्हां रूलां नूं इंडियन आर्मी दे विच जगह दित्ती गई है। जिहड़े रूल गुरु गोबिंद सिंह दी फौज विच सन, 90% रूल वो इंडियन आर्मी दे विच अज भी हैं। सतगुरु कृपा करन, समा समाप्ति वाल जा रहा। एक छोटी जी कविता कह के समा समाप्त करा। सतगुरां दे चोज किहड़े किहड़े बयान करिए। किसी कुल दे विच एक रहबर ते हो सकदा, पर कोई ऐसी कुल होवेगी जिथे माँ भी तपस्वी, पिता भी तपस्वी, दादा भी शहीद,
दादे पड़दादियां तक जिहड़े जोधे महाबली होण। ऐसी कुल ते धन धन गुरु रामदास पातशाह दी है। ऐसी कुल ते धन धन गुरु गोबिंद सिंह साहब महाराज दी है, बीबी भानी दी है। ते इस कुल दी किहड़ी गल करिए, मैं छोटी जी एक वारता आप नाल सांझी करां। जदों पुछया सी ना गुरु गोबिंद राय जी महाराज नूं, ਨੂਰਾ ਮਾਹੀ आया ਤੇ ਨੂਰੇ ਮਾਹੀ ਨੂੰ ਸਤਿਗੁਰ ਕਹਿੰਦੇ ਕੱਲ ਰਾਤ ਕੀ ਬੀਤਿਆ। ਤੇ ਨੂਰੇ ਨੇ ਨੀਵੀਂ ਪਾਈ, ਅੱਖਾਂ 'ਚੋਂ ਪਾਣੀ ਵਹਿ ਰਿਹਾ, ਜਲ ਵਹਿ ਰਿਹਾ, ਤੇ ਨੀਵੀਂ ਪਾਈ ਤਾਂ ਧੌਣ ਨਹੀਂ ਚੁੱਕਦਾ। ਮਹਾਰਾਜ ਕਹਿੰਦੇ ਦੱਸ ਕੱਲ ਦੀ ਰਾਤ। ਕਹਿੰਦੇ ਕੱਲ ਦੀ ਸ਼ਾਮ ਮਹਾਰਾਜ ਮੈਂ ਬਿਆਨ ਨਹੀਂ ਕਰ ਸਕਦਾ, ਮੈਥੋਂ ਨਹੀਂ ਬਿਆਨ ਹੋਣੀ। ਸਤਿਗੁਰ ਕਹਿੰਦੇ ਸੁਣਾ ਦੇ ਤੂੰ। ਇਹ ਸ਼ਾਮਾਂ ਸੁਣਨ ਦੀ ਸਾਨੂੰ ਆਦਤ ਪੈ ਚੁੱਕੀ ਆ। उस दिन भी शाम का दीवान लग्या सी जिस दिन कश्मीरी पंडित फरियाद लैके आए सी, वो शाम भी मैं आप सुनी सी। उस दिन भी शाम सी जिस दिन मेरे पिता जी दिल्ली नूं रवाना होए सी। उस दिन भी शाम सी जिस दिन पिता दा कटिया होया सीस लैके भाई रगरेटा गुरु का बेटा बाबा जीवन सिंह आया सी। उस दिन सी भी शाम सी ਜਦੋਂ ਸ਼ਾਮ ਨੂੰ ਮੈਂ ਪਿਤਾ ਦੇ ਸੀਸ ਦਾ ਸੰਸਕਾਰ ਕੀਤਾ ਸੀ। ਉਸ ਦਿਨ ਵੀ ਸ਼ਾਮ ਸੀ ਜਿਸ ਦਿਨ ਮੈਂ ਦੋ ਪੁੱਤਰਾਂ ਨੂੰ ਬੇਰਾ ਬੇਰਾ ਕਰਵਾ ਕੇ ਕਟਵਾ ਕੇ ਚਮਕੌਰ ਦੀ ਗੜੀ ਚੋਂ ਨਿਕਲਿਆ ਸੀ, ਤਾੜੀ ਮਾਰ ਕੇ ਜੰਕਾਰਾ ਲਾ ਕੇ। ਉਸ ਦਿਨ ਵੀ ਸ਼ਾਮ ਸੀ ਵੀ 21 ਦਸੰਬਰ ਦੀ ਰਾਤ ਜਿਸ ਦਿਨ ਮੈਂ ਆਨੰਦਪੁਰ ਸਾਹਿਬ ਦਾ ਕਿਲਾ ਆਪ ਛੱਡਿਆ ਸੀ। ਸੁਣਾ ਦੇ ਇਹ ਸ਼ਾਮ ਵੀ ਮੈਨੂੰ ਸ਼ਾਮਾਂ ਸੁਣਨ ਦੀ ਆਦਤ ਪੈ ਚੁੱਕੀ ਹੈ। ਤੇ ਕੱਲਾ ਗੁਰੂ ਗੋਬਿੰਦ ਰਾਏ ਨੇ ਇਹ ਨਹੀਂ ਆਖਿਆ, ਉਹ ਸੁਣਾਈ ਗਿਆ ਇਤਿਹਾਸ। ਤੇ ਸਤਿਗੁਰੂ ਤੀਰ ਨਾਲ ਕਾਈ ਦਾ ਬੂਟਾ ਪੁੱਟੀ ਗਏ ਤੇ ਕਾਈ ਦਾ ਬੂਟਾ ਪੁੱਟ ਕੇ ਆਖਿਆ ਲਓ ਮੁਗਲ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ। ਕੱਲੀਆਂ ਸ਼ਾਮਾਂ ਸੁਣਾਉਣ ਦੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਹੀਂ ਆਖੀ, ਸਤਿਗੁਰਾਂ ਦੀ ਮਾਂ ਨੇ ਵੀ ਆਖੀ। ਇਹ ਕੀ ਗੁਜ਼ਰਿਆ, ਇਹ ਮੇਰੇ ਨਾਲ ਪਹਿਲੀ ਵਾਰ ਨਹੀਂ ਗੁਜ਼ਰਿਆ। ਕਵੀ ਆਖਦਾ ਹੈ, ਮਾਤਾ ਗੁਜਰ ਕੌਰ ਜੀ ਦੇ ਅੰਦਰ ਦੇ ਭਾਵ ਨੂੰ ਕਵੀ ਦੀ ਕਲਮ ਪ੍ਰਗਟ ਕਰਦੀ ਹੈ। ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ। ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ। मैं गुजर गुजर के गुजरी हाँ, संगते नी मेरा ना गुजरी। मेरा 9 साल दा पुत्र सी जद पति धर्म लई लड़न गया। ओ दिल्ली शहर दियां राहां सी हिंदू धर्म दी रखिया करन गया। ਉਹ ਦਿੱਲੀ ਸ਼ਹਿਰ ਦੀਆਂ ਰਾਹਾਂ ਸੀ ਤਿਲਕ ਜੰਜੂ ਦੀ ਰੱਖਿਆ ਕਰਨ ਗਿਆ। ਜਦ ਤੱਕਿਆ ਸੀਸ ਇਹਨਾਂ ਅੱਖੀਆਂ ਨੇ ਇੱਕ ਵਾਰੀ ਮੈਂ ਉਸ ਥਾਂ ਗੁਜਰੀ। ਮੈਂ ਗੁਜਰ ਗੁਜਰ ਕੇ ਗੁਜਰੀ ਹਾਂ, ਸੰਗਤੇ ਨੀ ਮੇਰਾ ਨਾਂ ਗੁਜਰੀ। ਮੇਰੇ ਪੋਤੇ ਸੀ ਚਮਕੌਰ ਗੜੀ, ਲੜਦਿਆਂ ਸ਼ਹੀਦੀਆਂ ਪਾ ਦਿੱਤੀਆਂ। ਉਹ ਪਿਆਸੇ ਲੜਦੇ ਸ਼ਹੀਦ ਹੋਏ, 2 ਬੂੰਦਾਂ ਪਾਣੀ ਨਾ ਦਿੱਤੀਆਂ। ਉਹ ਪਿਆਸੇ ਲੜਦੇ ਸ਼ਹੀਦ ਹੋਏ, 2 ਬੂੰਦਾਂ ਪਾਣੀ ਨਾ ਦਿੱਤੀਆਂ। ਜੋ ਕਦੇ ਨਾ ਮੁੜ ਕੇ ਆਉਣੀ ਸੀ ਮੇਰੇ ਘਰ ਚੋਂ ਉਹ ਥਾਂ ਗੁਜਰੀ। ਜੋ ਕਦੇ ਨਾ ਮੁੜ ਕੇ ਆਉਣੀ ਸੀ ਮੇਰੇ ਘਰ ਚੋਂ ਉਹ ਛਾਂ ਗੁਜਰੀ। ਮੈਂ ਗੁਜਰ ਗੁਜਰ ਕੇ ਗੁਜਰੀ ਹਾਂ, ਸੰਗਤੇ ਨੀ ਮੇਰਾ ਨਾਂ ਗੁਜਰੀ। ਸੋ ਸਤਿਗੁਰੂ ਮਹਾਰਾਜ ਦੀਆਂ ਕਿਹੜੀਆਂ ਕਿਹੜੀਆਂ ਕੁਰਬਾਨੀਆਂ ਨੂੰ ਬਿਆਨ ਕਰੀਏ, ਕਿਉਂਕਿ ਪੂਰਿਆਂ ਦੀਆਂ ਵਡਿਆਈਆਂ ਅਧੂਰਿਆਂ ਕੋਲੋਂ ਬਿਆਨ ਨਹੀਂ ਹੋ ਸਕਦੀਆਂ।
ਇਹ ਤੇ ਗੁਰੂ ਸਾਹਿਬ ਆਪ ਹੀ ਕਿਰਪਾ ਕਰਨ, ਵਿੱਚ ਵਰਤ ਕਰਕੇ ਵਿਚਾਰਾਂ ਕਰਵਾ ਲੈਣ। ਇੰਨੇ ਕੁ ਬਚਨ ਕਰਦੇ ਹੋਏ ਸਮਾਪਤੀ। ਕੁਝ ਬਚਨ ਵੱਧ ਘੱਟ ਬੋਲਿਆ ਗਿਆ ਹੋਵੇ। ਗੁਰੂ ਰੂਪ ਸਾਧ ਸੰਗਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਯੋਗ ਹਨ। ਸਤਿਗੁਰਾਂ ਦੀਆਂ ਕੁਰਬਾਨੀਆਂ ਦਾ ਵਾਸਤਾ ਹੈ ਤੁਹਾਨੂੰ ਗੁਰਮੁਖ ਪਿਆਰਿਓ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਨਗੁਰੇ ਕਾ ਹੈ ਨਾਉ ਬੁਰਾ। ਸਤਿਗੁਰ ਰਹਿਮਤ ਕਰਨ। ਅਰਦਾਸ ਕਰਿਆ ਕਰੋ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਪਰਪੱਕ ਹੋ ਜਾਓ ਸਿੱਖੀ ਦੇ ਵਿੱਚ। ਤੁਹਾਡੀ ਸਿੱਖੀ 'ਤੇ ਵਿਸ਼ਵਾਸ ਕਰਕੇ ਹੀ ਤੁਹਾਨੂੰ ਇੰਡੀਅਨ ਆਰਮੀ 'ਚ ਭਰਤੀ ਕੀਤਾ ਗਿਆ ਹੈ। ਕਿਉਂਕਿ ਜਦੋਂ ਗ੍ਰੰਥ 'ਤੇ ਹੱਥ ਰੱਖ ਕੇ ਤੁਸੀਂ ਸ਼ਬਦ ਖਾ ਲੈ ਲੈਂਦੇ ਹੋ ਨਾ, ਕਸਮ ਖਾ ਲੈਂਦੇ ਹੋ, ਮੰਨਿਆ ਜਾਂਦਾ ਕਿ ਇਹ ਗੁਰੂ ਦਾ ਪੱਕਾ ਸਿੱਖ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਜੇ ਦੇਸ਼ ਨੇ ਸਾਡੇ 'ਤੇ ਭਰੋਸਾ ਕੀਤਾ ਹੈ ਨਾ, ਅਸੀਂ ਭਰੋਸੇ 'ਤੇ ਉਤਰੀਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ।